गुड मॉर्निंग स्टूडेंट्स। उम्मीद है कि तुसी ठीक होवोगे ते मन लगा के पढ़ाई कर रहे होवोगे। बेटा अज असी अणडिठा पैरा करांगे। ठीक है, अणडिठा पैरा आपां PT3 विच भी कीता होया है, PT4 विच भी तुहानूं अणडिठा पैरा है। ठीक है, अणडिठा पैरा मतलब अण मतलब नहीं देख नहीं, ठीक है, डिठा मतलब देखिया। अजिहा पैरा जो तुसी नहीं देखिया मतलब जो तुहाडी पाठ पुस्तक विचों नहीं आएगा। ठीक है, ਤੁਹਾਨੂੰ ਬਾਹਰੋਂ ਕੋਈ ਵੀ ਪੈਰਾ ਆਏਗਾ ਉਸਨੂੰ ਪੜ੍ਹ ਕੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਠੀਕ ਹੈ, ਸ਼ੁਰੂ ਕਰਦੇ ਹਾਂ। ਪਹਿਲਾ ਪੈਰਾ ਦੇਖੋ। ਮਨੁੱਖ ਨੇ ਭਾਵੇਂ ਕਿੰਨੀ ਤਰੱਕੀ ਕਰ ਲਈ ਹੈ ਪਰ ਉਹ ਮਨ ਦੀ ਸ਼ਾਂਤੀ ਲਈ ਅਜੇ ਵੀ ਭਟਕਦਾ ਫਿਰਦਾ ਹੈ। ਧਨ ਦੌਲਤ ਤੇ ਲਾਲਚ ਨੇ ਉਸਨੂੰ ਕਿਤੇ ਜੋਗਾ ਨਹੀਂ ਛੱਡਿਆ। ਉਹ ਦਿਨ ਰਾਤ ਕਿਸੇ ਵੀ ਤਰੀਕੇ ਦੌਲਤ ਪਿੱਛੇ ਭੱਜਦਾ ਫਿਰਦਾ ਹੈ। ਉਹ ਬੇਆਰਾਮਾ ਅਤੇ ਬੌਂਦਲਿਆ ਹੋਇਆ ਹੈ। ਉਸਦੇ ਸਵਾਰਥ ਦੀ ਕੋਈ ਸੀਮਾ ਨਹੀਂ। ਉਹ ਬੇਚੈਨ ਹੈ ਤੇ ਨਾ ਮੁੱਕਣ ਵਾਲੇ ਚੱਕਰਾਂ ਵਿੱਚ ਫਸਿਆ ਵਿਖਾਈ ਦਿੰਦਾ ਹੈ। ਉਹ ਸੰਤੁਸ਼ਟ ਨਹੀਂ, ਇਸ ਨਾਲ ਉਸ ਦਾ ਜੀਵਨ ਨਰਕ ਸਮਾਨ ਬਣ ਗਿਆ ਹੈ। ਠੀਕ ਹੈ, ਇਹਦੇ ਵਿੱਚ ਦੱਸਿਆ ਕੀ ਹੋਇਆ ਹੈ ਕਿ ਮਨੁੱਖ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਜਿੰਨੀ ਚਾਹੇ ਸਫਲਤਾ ਪ੍ਰਾਪਤ ਕਰ ਲਵੇ, ਪਰ ਉਸਦੇ ਮਨ ਨੂੰ ਸ਼ਾਂਤੀ ਨਹੀਂ ਹੈ, ਸੈਟਿਸਫਾਈ ਨਹੀਂ ਹੈ ਤੇ ਸੈਟਿਸਫੈਕਸ਼ਨ ਹੋ ਹੀ ਨਹੀਂ ਹੈ ਉਸਨੂੰ। ਤੇ ਉਹ ਹਰ ਟਾਈਮ ਪੈਸਾ ਕਮਾਉਣ ਦੇ ਚੱਕਰ ਵਿੱਚ ਇੱਧਰ ਉੱਧਰ ਭੱਜਦਾ ਫਿਰਦਾ ਹੈ। ਠੀਕ ਹੈ, ਬੇਆਰਾਮਾ ਹੋ ਜਾਂਦਾ ਹੈ, ਸਵਾਰਥੀ ਸੈਲਫਿਸ਼ ਹੋ ਜਾਂਦਾ ਹੈ। ਠੀਕ ਹੈ, ਤੇ ਇਹੀ ਵਾਲੇ ਚੱਕਰ ਵਿੱਚ ਉਹ ਫਸਿਆ ਰਹਿੰਦਾ ਹੈ ਤਾਂ ਉਸ ਦਾ ਜੀਵਨ ਕੀ ਹੈ, ਨਰਕ ਸਮਾਨ। ਨਰਕ ਸਮਾਨ ਮਤਲਬ ਕਿ ਉਸਦੇ ਜੀਵਨ ਵਿੱਚ ਕੋਈ ਪਰਮਾਨੈਂਟ ਖੁਸ਼ੀ ਨਹੀਂ ਰਹਿੰਦੀ। ਠੀਕ ਹੈ, ਹਰ ਟਾਈਮ ਉਹਦੇ ਮਨ ਵਿੱਚ ਕੀ ਹੁੰਦਾ ਹੈ, ਪੈਸਾ ਕਮਾਉਣ ਦਾ ਹੀ ਲਾਲਚ ਹੁੰਦਾ ਹੈ। ਠੀਕ ਹੈ, ਹੁਣ ਇਸ ਪੈਰੇ ਨੂੰ ਪੜ੍ਹ ਕੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਠੀਕ ਹੈ, ਪਹਿਲਾ ਹੈ ਮਨੁੱਖ ਕਿਸ ਦੀ ਸ਼ਾਂਤੀ ਲਈ ਭਟਕਦਾ ਫਿਰਦਾ ਹੈ। ਕਿਸ ਦੀ ਸ਼ਾਂਤੀ ਲਈ? ਮਨ ਦੀ ਸ਼ਾਂਤੀ ਲਈ। ਠੀਕ ਹੈ, ਇਕੱਲਾ ਤੁਸੀਂ ਮਨ ਦੀ ਸ਼ਾਂਤੀ ਨਹੀਂ ਲਿਖੋਗੇ, ਤੁਸੀਂ ਪੂਰਾ ਇੱਕ ਵਾਕ ਲਿਖੋਗੇ। ਮਨੁੱਖ ਮਨ ਦੀ ਸ਼ਾਂਤੀ ਲਈ ਇੱਧਰ ਉੱਧਰ ਭਟਕਦਾ ਫਿਰਦਾ ਹੈ। ਭਟਕਦਾ ਫਿਰਦਾ ਮਤਲਬ ਕਿ ਇੱਧਰ ਉੱਧਰ ਘੁੰਮਦਾ ਫਿਰਦਾ ਹੈ। ਸੈਕਿੰਡ, ਕਿਸ ਦੇ ਲਾਲਚ ਨੇ ਮਨੁੱਖ ਨੂੰ ਕਿਤੇ ਜੋਗਾ ਨਹੀਂ ਛੱਡਿਆ। ਕਿਤੇ ਜੋਗਾ ਮਤਲਬ ਕਿ ਮਨੁੱਖ ਕਿਸੇ ਜੋਗਾ ਨਹੀਂ ਰਿਹਾ, ਕਿਸੇ ਥਾਂ ਜੋਗਾ ਨਹੀਂ ਰਿਹਾ। ਠੀਕ ਹੈ, ਉਹ ਹਮੇਸ਼ਾ ਸੈਟਿਸਫੈਕਸ਼ਨ ਉਹਦੀ ਕਦੀ ਪੂਰੀ ਨਹੀਂ ਹੁੰਦੀ। ਆਨਸਰ ਕੀ ਹੋਏਗਾ? ਧਨ ਦੌਲਤ ਦੇ ਲਾਲਚ ਨੇ ਮਨੁੱਖ ਨੂੰ ਕਿਤੇ ਜੋਗਾ ਨਹੀਂ ਛੱਡਿਆ। ਠੀਕ ਹੈ, ਉਸਨੂੰ ਹੈ, ਉਸਨੂੰ ਦੀ ਜਗ੍ਹਾ ਆਪਾਂ ਕੀ ਲਿਖਣਾ ਹੈ? ਮਨੁੱਖ ਨੂੰ। ਥਰਡ ਦੇਖੋ, ਮਨੁੱਖ ਦਿਨ ਰਾਤ ਕਿਸ ਦੇ ਪਿੱਛੇ ਭੱਜਾ ਫਿਰਦਾ ਹੈ। ਕਿਸ ਦੇ ਪਿੱਛੇ? ਪੈਰੇ ਵਿੱਚ ਕੀ ਲਿਖਿਆ ਹੋਇਆ ਹੈ ਦੇਖੋ, ਉਹ ਦਿਨ ਰਾਤ ਦੌਲਤ ਦੇ ਪਿੱਛੇ ਭੱਜਿਆ ਫਿਰਦਾ ਹੈ। ਉਸਨੂੰ ਹਰ ਟਾਈਮ ਹਰ ਸਮੇਂ ਦੌਲਤ ਕਮਾਉਣ ਦਾ ਹੀ ਲਾਲਚ ਲੱਗਾ ਰਹਿੰਦਾ ਹੈ। ਠੀਕ ਹੈ, ਫੋਰਥ, ਮਨੁੱਖ ਦਾ ਜੀਵਨ ਕਿਹੋ ਜਿਹਾ ਬਣ ਗਿਆ ਹੈ। ਕਿਹੋ ਜਿਹਾ? ਮਨੁੱਖ ਦਾ ਜੀਵਨ ਨਰਕ ਸਮਾਨ ਬਣ ਗਿਆ ਹੈ। ਫਿਫਥ ਦੇਖੋ ਬੇਟਾ, ਇਸ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ। ਸਿਰਲੇਖ ਹੁੰਦਾ ਹੈ ਟਾਈਟਲ। ਠੀਕ ਹੈ, ਮਤਲਬ ਤੁਸੀਂ ਪੂਰਾ ਪੈਰਾ ਪੜ੍ਹਿਆ, ਉਹ ਪੈਰਾ ਕਿਸ ਚੀਜ਼ ਉੱਤੇ ਬੇਸਡ ਸੀ, ਕਿਸ ਚੀਜ਼ ਬਾਰੇ ਉਹਦੇ ਵਿੱਚ ਗੱਲ ਕੀਤੀ ਗਈ ਹੈ, ਉਹਨੂੰ ਆਪਾਂ ਕਹਿੰਦੇ ਹਾਂ ਢੁਕਵਾਂ, ਪ੍ਰੋਪਰ। ਠੀਕ ਹੈ, ਐਪਰੋਪ੍ਰੀਏਟ ਟਾਈਟਲ। ਦੇਖੋ ਹੁਣ ਜਿਸ ਤਰ੍ਹਾਂ ਅਸੀਂ ਇਕਾਂਗੀ ਕੀਤੀ ਸੀ, ਪਾਣੀ ਬਚਾਓ ਜੀਵਨ ਬਚਾਓ। ਠੀਕ ਹੈ, ਉਹਦੇ ਵਿੱਚ ਦੱਸਿਆ ਕੀ ਹੋਇਆ ਸੀ, ਸਾਰੀ ਇਕਾਂਗੀ ਵਿੱਚ ਸਿਰਫ ਪਾਣੀ ਨੂੰ ਬਚਾਉਣ ਬਾਰੇ ਗੱਲ ਕੀਤੀ ਗਈ ਸੀ। ਠੀਕ ਹੈ, ਉਹ ਉਸ ਇਕਾਂਗੀ ਦਾ ਸਿਰਲੇਖ ਸੀ। ਠੀਕ ਹੈ, ਇਸੇ ਤਰ੍ਹਾਂ ਹੀ ਇਹ ਆਪਾਂ ਪੈਰਾ ਪੜ੍ਹਦੇ ਹਾਂ ਜਿਸ 'ਤੇ ਪੂਰੀ ਗੱਲ ਦੱਸੀ ਹੋਈ ਹੁੰਦੀ ਹੈ, ਉਹ ਕੀ ਹੁੰਦਾ ਹੈ? ਉਸ ਪੈਰੇ ਦਾ ਸਿਰਲੇਖ। ਤੇ ਪੈਰੇ ਦਾ ਸਿਰਲੇਖ ਕੀ ਹੋਏਗਾ? ਪੈਰਾ ਆਪਾਂ ਪੜ੍ਹਿਆ, ਇਹਦੇ ਵਿੱਚ ਮਨੁੱਖ ਦੇ ਲਾਲਚ ਨੂੰ ਦੱਸਿਆ ਗਿਆ ਹੈ। ਠੀਕ ਹੈ, ਜਾਂ ਹੋ ਸਕਦਾ ਹੈ ਮਨੁੱਖ ਦਾ ਲਾਲਚ, ਜਾਂ ਅਸ਼ਾਂਤੀ, ਜਾਂ ਪੈਸੇ ਦਾ ਲਾਲਚ। ਠੀਕ ਹੈ, ਪੈਸੇ ਦਾ ਲੋਭ, ਪੈਸੇ ਦਾ ਲਾਲਚ। ਠੀਕ ਹੈ, ਫਿਰ ਬੇਟਾ ਹਮੇਸ਼ਾ ਤੁਸੀਂ ਸਿਰਲੇਖ ਨੂੰ ਕੌਮਾਸ ਵਿੱਚ ਰੱਖਣਾ ਹੈ। ਜਿਸ ਤਰ੍ਹਾਂ ਆਪਾਂ ਲਿਖਿਆ ਕਿ ਇਸ ਪੈਰੇ ਦਾ ਸਿਰਲੇਖ ਹੈ () ਪੈਸੇ ਦਾ ਲਾਲਚ। ਠੀਕ ਹੈ, ਪੈਸੇ ਦਾ ਲਾਲਚ ਨੂੰ ਕੌਮਾ ਵਿੱਚ ਰੱਖੋ। ਸਿਰਲੇਖ ਦੇ ਬਾਅਦ ਜੇ ਤੁਸੀਂ ਇੱਦਾਂ ਲਿਖੋਗੇ ਕਿ ਇਸ ਪੈਰੇ ਦਾ ਸਿਰਲੇਖ ਪੈਸੇ ਦਾ ਲਾਲਚ ਹੈ, ਨਾ ਤੁਸੀਂ ਉਹਨੂੰ ਅੰਡਰਲਾਈਨ ਕਰ ਰਹੇ ਹੋ, ਨਾ ਤੁਸੀਂ ਉਹਨੂੰ ਕੌਮਾ 'ਚ ਪਾ ਰਹੇ ਹੋ, ਤੇ ਤੁਹਾਡਾ ਜਿਹੜਾ ਆਨਸਰ ਹੈ ਉਹ ਗਲਤ ਹੋ ਜਾਏਗਾ, ਕਿਉਂਕਿ ਇਹਨੂੰ ਆਪਾਂ 2 ਜਾਂ 3 ਸ਼ਬਦਾਂ ਵਿੱਚ ਲਿਖਦੇ ਹਾਂ। ਸਿਰਲੇਖ ਹਮੇਸ਼ਾ 2 ਜਾਂ 3 ਸ਼ਬਦਾਂ ਵਿੱਚ ਹੁੰਦਾ ਹੈ। ਸਿਰਲੇਖ ਕਦੀ ਵੀ ਪੂਰੇ ਵਾਕ ਵਿੱਚ ਜਾਂ 2-3 ਵਾਕਾਂ ਵਿੱਚ ਨਹੀਂ ਹੁੰਦਾ। ਠੀਕ ਹੈ, ਪੈਸੇ ਦਾ ਲਾਲਚ ਕੌਮਾਸ ਵਿੱਚ ਰੱਖੋ ਬਸ। ਠੀਕ ਹੈ ਬੇਟਾ। ਸੈਕਿੰਡ ਪੈਰਾ, ਜਿਹੜਾ ਸਰੀਰ ਕਦੇ ਖੇਚਲ, ਮਿਹਨਤ ਤੇ ਕਸ਼ਟ ਨਹੀਂ ਕਰਦਾ। ਖੇਚਲ ਹੁੰਦਾ ਹੈ ਕੋਈ ਕੰਮ ਨਹੀਂ ਕਰਦਾ,
ਉਸ ਵਿੱਚ ਬਰਕਤ ਤੇ ਰੌਣਕ ਨਹੀਂ ਹੋ ਸਕਦੀ। ਬਰਕਤ ਮਤਲਬ ਉਹ ਕਦੀ ਵੀ ਸਰੀਰ ਫਿੱਟ ਨਹੀਂ ਰਹਿ ਸਕਦਾ। ਜਿਹੜਾ ਰੁੱਖ ਫੁੱਲ ਫਲ ਤੇ ਠੰਡੀ ਛਾਂ ਤੋਂ ਸੱਖਣਾ ਹੋਵੇ, ਸੱਖਣਾ ਮਤਲਬ ਖਾਲੀ ਹੋਵੇ, ਜਿੱਥੇ ਕੋਈ ਫਰੂਟ ਵਗੈਰਾ ਨਾ ਲੱਗੇ, ਉਸ ਨੂੰ ਆਮ ਤੌਰ ਤੇ ਕੱਟ ਕੇ ਬਾਲਣ ਬਣਾ ਕੇ ਜਲਾ ਦਿੱਤਾ ਜਾਂਦਾ ਹੈ। ਮਨੁੱਖੀ ਸਰੀਰ ਕੰਮ ਕਾਜ ਲਈ ਬਣਿਆ ਹੈ। ਕੰਮ ਨਾ ਕਰਨਾ ਸਰੀਰ ਦੇ ਗੁਣ ਨੂੰ ਅਕਾਰਥ ਗਵਾਉਣਾ ਹੈ। ਠੀਕ ਹੈ, ਅਗਰ ਅਸੀਂ ਕੰਮ ਨਹੀਂ ਕਰਾਂਗੇ ਤਾਂ ਆਪਾਂ ਫਿਜ਼ੀਕਲੀ ਫਿੱਟ ਨਹੀਂ ਹੋ ਸਕਦੇ। ਠੀਕ ਹੈ, ਜੋ ਸਰੀਰ ਮੁਸ਼ੱਕਤ ਨਹੀਂ ਕਰਦਾ, ਐਕਸਰਸਾਈਜ਼ ਨਹੀਂ ਕਰਦਾ ਜਾਂ ਕੋਈ ਕੰਮ ਨਹੀਂ ਕਰਦਾ, ਉਹ ਕਦੇ ਅਰੋਗ ਨਹੀਂ ਰਹਿ ਸਕਦਾ। ਇੱਕ ਪਾਸੇ ਲੋਕੀ ਹੱਥੀਂ ਕੰਮ ਕਰਨ ਤੋਂ ਕਤਰਾਉਂਦੇ ਹਨ ਤੇ ਦੂਸਰੇ ਪਾਸੇ ਸਰੀਰ ਨੂੰ ਠੀਕ ਰੱਖਣ ਲਈ ਕਸਰਤ ਕਰਦੇ ਹਨ। ਠੀਕ ਹੈ, ਇਹਦੇ ਵਿੱਚ ਦੱਸਿਆ ਕੀ ਹੋਇਆ ਹੈ ਪੈਰੇ ਵਿੱਚ ਕਿ ਸਾਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ, ਕਸਰਤ ਕਰਨੀ ਚਾਹੀਦੀ ਹੈ। ਠੀਕ ਹੈ, ਆਪਣੇ ਸਰੀਰ ਤੋਂ ਸਾਨੂੰ ਹਮੇਸ਼ਾ ਕੰਮ ਲੈਣਾ ਚਾਹੀਦਾ ਹੈ ਤੇ ਕਦੇ ਵੀ ਸਰੀਰ ਨੂੰ ਆਰਾਮ ਦੇ ਲਈ ਨਹੀਂ ਛੱਡਣਾ ਚਾਹੀਦਾ। ਜਿੰਨਾ ਲੋੜੀਂਦਾ ਆਰਾਮ ਹੈ ਓਨਾ ਕਰਨਾ ਚਾਹੀਦਾ ਹੈ। ਠੀਕ ਹੈ, ਤੇ ਹਮੇਸ਼ਾ ਹੱਥ ਦੇ ਨਾਲ ਕੰਮ ਕਰਨਾ ਵਧੀਆ ਹੁੰਦਾ ਹੈ। ਫਸਟ ਕੁਐਸਚਨ ਦੇਖੋ, ਕਿਹੜੇ ਸਰੀਰ ਵਿੱਚ ਬਰਕਤ ਨਹੀਂ ਹੋ ਸਕਦੀ? ਆਨਸਰ ਕੀ ਆਏਗਾ? ਜਿਹੜਾ ਸਰੀਰ ਕਦੇ ਖੇਚਲ, ਮਿਹਨਤ ਤੇ ਕਸ਼ਟ ਨਹੀਂ ਕਰਦਾ, ਉਸ ਵਿੱਚ ਬਰਕਤ ਨਹੀਂ ਹੋ ਸਕਦੀ। ਸੈਕਿੰਡ, ਕਿਹੜੇ ਰੁੱਖ ਨੂੰ ਕੱਟ ਕੇ ਬਾਲਣ ਬਣਾ ਦਿੱਤਾ ਜਾਂਦਾ ਹੈ? ਕਿਹੜੇ ਨੂੰ? ਯੈਸ, ਜਿਸ ਰੁੱਖ ਨੂੰ ਫੁੱਲ ਫਲ ਤੇ ਜੋ ਰੁੱਖ ਛਾਂ ਨਹੀਂ ਦਿੰਦਾ, ਉਸ ਨੂੰ ਆਮ ਤੌਰ ਤੇ ਕੱਟ ਕੇ ਬਾਲਣ ਬਣਾ ਦਿੱਤਾ ਜਾਂਦਾ ਹੈ। ਤੀਸਰਾ, ਮਨੁੱਖੀ ਸਰੀਰ ਕਿਸ ਲਈ ਬਣਿਆ ਹੈ? ਕਿਸ ਲਈ ਬਣਿਆ ਹੈ? ਕੰਮ ਕਾਜ ਲਈ। ਠੀਕ ਹੈ, ਮਨੁੱਖੀ ਸਰੀਰ ਕੰਮ ਕਾਜ ਲਈ ਬਣਿਆ ਹੈ। ਮਨੁੱਖ ਨੂੰ ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਫੋਰਥ, ਲੋਕ ਆਪਣੇ ਸਰੀਰ ਨੂੰ ਠੀਕ ਰੱਖਣ ਲਈ ਕੀ ਕਰਦੇ ਹਨ? ਕੀ ਕਰਦੇ ਹਨ? ਕਸਰਤ ਕਰਦੇ ਹਨ। ਠੀਕ ਹੈ, ਇਸ ਪੈਰੇ ਦਾ ਢੁਕਵਾਂ ਸਿਰਲੇਖ, ਅਗੇਨ ਤੁਸੀਂ ਪੂਰਾ ਪੈਰਾ ਪੜ੍ਹਨਾ ਹੈ। ਇਹ ਤੋਂ ਤੁਹਾਨੂੰ ਕੀ ਸਮਝ ਲੱਗਾ, ਕਿਸ ਗੱਲ ਤੇ ਪੂਰਾ ਪੈਰਾ ਬੇਸਡ ਹੈ, ਉਹ ਸਿਰਲੇਖ ਹੋਏਗਾ। ਸੋ ਇਸ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੋਏਗਾ? ਮਿਹਨਤ। ਠੀਕ ਹੈ, ਜਾਂ ਸਰੀਰਕ ਮਿਹਨਤ, ਇਹ ਵੀ ਲਿਖ ਸਕਦੇ ਹੋ। ਰਾਈਟ। ਨੈਕਸਟ, ਥਰਡ ਪੈਰਾ, ਕਹਾਣੀਆਂ ਮਨੋਰੰਜਨ ਦਾ ਸਾਧਨ ਤਾਂ ਹੁੰਦੀਆਂ ਹੀ ਹਨ, ਪਰ ਇਹਨਾਂ ਵਿਚਲੀ ਸਿੱਖਿਆ ਸਾਨੂੰ ਨੈਤਿਕਤਾ ਸਿਖਾਉਂਦੀ ਹੈ। ਨੈਤਿਕਤਾ ਮਤਲਬ ਮੋਰਲ ਵੈਲਿਊਜ਼। ਕਹਾਣੀਆਂ ਵਿੱਚ ਜੀਵਨ ਦੇ ਤਜਰਬੇ ਬਿਆਨ ਕੀਤੇ ਹੁੰਦੇ ਹਨ, ਮਤਲਬ ਲਾਈਫ ਦੇ ਐਕਸਪੀਰੀਅੰਸ ਨੂੰ ਦੱਸਿਆ ਹੁੰਦਾ ਹੈ। ਪੁਰਾਤਨ ਸਮੇਂ ਵਿੱਚ ਸਾਡੇ ਬਜ਼ੁਰਗ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਕਈ ਪ੍ਰਕਾਰ ਦੀਆਂ ਸਿੱਖਿਆਦਾਇਕ ਕਹਾਣੀਆਂ ਸੁਣਾਇਆ ਕਰਦੇ ਸਨ। ਕਈ ਵਾਰ ਕਹਾਣੀਆਂ ਸੁਣਦੇ ਸੁਣਾਉਂਦੇ ਅੱਧੀ ਰਾਤ ਬੀਤ ਜਾਇਆ ਕਰਦੀ ਸੀ। ਕਹਾਣੀਆਂ ਦੀਆਂ ਪੁਸਤਕਾਂ ਵੀ ਇਸ ਰੁਚੀ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਹਨ। ਪੁਸਤਕਾਂ ਗਿਆਨ ਅਤੇ ਮਨ ਪਰਚਾਵੇ ਦਾ ਵਡਮੁੱਲਾ ਖਜ਼ਾਨਾ ਹਨ। ਅਨੇਕਾਂ ਬੱਚੇ ਲਾਇਬ੍ਰੇਰੀ ਜਾ ਕੇ ਪੁਸਤਕਾਂ ਪੜ੍ਹਦੇ ਹਨ ਅਤੇ ਗਿਆਨ ਵਧਾਉਂਦੇ ਹਨ, ਜੋ ਕਿ ਬੜੀ ਹੀ ਚੰਗੀ ਆਦਤ ਹੈ। ਠੀਕ ਹੈ, ਇਹਦੇ ਵਿੱਚ ਦੱਸਿਆ ਕੀ ਹੋਇਆ ਹੈ ਕਿ ਸਾਨੂੰ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਹਮੇਸ਼ਾ। ਠੀਕ ਹੈ, ਪੁਸਤਕਾਂ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ, ਮੋਰਲ ਵੈਲਿਊ ਸਿੱਖਣ ਨੂੰ ਮਿਲਦੀਆਂ ਹਨ। ਠੀਕ, ਕੁਐਸਚਨ ਦੇਖੋ, ਕਹਾਣੀਆਂ ਰਾਹੀਂ ਕੀ ਸਿੱਖਣ ਨੂੰ ਮਿਲਦਾ ਹੈ? ਕਹਾਣੀਆਂ ਰਾਹੀਂ ਸਾਨੂੰ ਨੈਤਿਕਤਾ ਸਿੱਖਣ ਨੂੰ ਮਿਲਦੀ ਹੈ। ਠੀਕ ਹੈ, ਕਹਾਣੀਆਂ ਵਿੱਚ ਕੀ ਕੁਝ ਬਿਆਨ ਹੁੰਦਾ ਹੈ? ਜੀਵਨ ਦੇ ਤਜਰਬੇ ਬਿਆਨ ਹੁੰਦੇ ਹਨ। ਪੂਰਾ ਸੈਂਟੈਂਸ ਲਿਖੋਗੇ, ਕਹਾਣੀਆਂ ਵਿੱਚ ਜੀਵਨ ਦੇ ਤਜਰਬੇ ਬਿਆਨ ਕੀਤੇ ਹੁੰਦੇ ਹਨ। ਠੀਕ ਹੈ ਬੇਟਾ, ਤੁਸੀਂ ਹਮੇਸ਼ਾ ਪੈਰੇ ਨੂੰ ਧਿਆਨ ਨਾਲ ਦੇਖਣਾ ਹੈ। ਆਨਸਰ ਪੈਰੇ ਦੇ ਵਿੱਚ ਹੀ ਹੁੰਦਾ ਹੈ। ਠੀਕ ਹੈ, ਬਸ ਉਹਨੂੰ ਸਹੀ ਤਰੀਕੇ ਨਾਲ ਲਿਖਣਾ ਹੈ। ਠੀਕ ਹੈ, ਔਰ ਸਪੈਲਿੰਗਸ ਕਦੀ ਵੀ ਗਲਤ ਨਹੀਂ ਕਰਨੇ, ਕਿਉਂਕਿ ਉਹ ਵੀ ਪੈਰੇ ਵਿੱਚ ਹੀ ਦਿੱਤੇ ਹੋਏ ਹੁੰਦੇ ਨੇ। ਥਰਡ ਹੈ, ਪੁਰਾਤਨ ਸਮੇਂ ਵਿੱਚ ਬਜ਼ੁਰਗ ਬੱਚਿਆਂ ਨੂੰ ਕਿਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਸਨ? ਕਿਹੋ ਜਿਹੀਆਂ? ਪੁਰਾਤਨ ਸਮੇਂ ਵਿੱਚ ਬਜ਼ੁਰਗ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਕਈ ਪ੍ਰਕਾਰ ਦੀਆਂ ਸਿੱਖਿਆਦਾਇਕ ਕਹਾਣੀਆਂ ਸੁਣਾਉਂਦੇ ਸਨ। ਬੱਚੇ ਲਾਇਬ੍ਰੇਰੀ ਜਾ ਕੇ ਕੀ ਕਰਦੇ ਹਨ? ਕੀ ਕਰਦੇ ਹਨ ਬੱਚੇ ਲਾਇਬ੍ਰੇਰੀ ਜਾ ਕੇ? ਕਹਾਣੀਆਂ ਜਾਂ ਪੁਸਤਕਾਂ ਪੜ੍ਹਦੇ ਹਨ। ਠੀਕ ਹੈ, ਜੋ ਕਿ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ। ਇਸ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ। ਸਿਰਲੇਖ ਕੀ ਹੋਏਗਾ? ਪੁਸਤਕਾਂ ਮਨੋਰੰਜਨ ਦਾ ਸਾਧਨ ਜਾਂ ਪੁਸਤਕਾਂ ਸਿੱਖਿਆਦਾਇਕ। ਠੀਕ ਹੈ, ਸਿੱਖਿਆਦਾਇਕ ਪੁਸਤਕਾਂ ਜਾਂ ਪੁਸਤਕਾਂ ਮਨੋਰੰਜਨ ਦਾ ਸਾਧਨ ਲਿਖ ਸਕਦੇ ਹੋ। ਠੀਕ ਹੈ, ਹਰੇਕ ਦੇਖੋ ਪੈਰੇ ਦੇ ਜੋ ਤੁਹਾਨੂੰ ਲੱਗਾ ਤੁਸੀਂ ਉਹਦੇ ਅਕੋਰਡਿੰਗਲੀ ਹੀ ਹਮੇਸ਼ਾ ਆਨਸਰ ਦੇਣਾ ਹੈ। ਠੀਕ ਹੈ, ਜਾਂ ਪੁਸਤਕਾਂ ਗਿਆਨ ਦਾ ਭੰਡਾਰ। ਠੀਕ ਹੈ, ਇਹ ਬਿਲਕੁਲ ਐਪਰੋਪ੍ਰੀਏਟ ਹੈ। ਪੁਸਤਕਾਂ ਗਿਆਨ ਦਾ ਭੰਡਾਰ, ਬਸ ਸਿਰਲੇਖ ਇੰਨਾ ਹੀ ਦੇਣਾ ਹੈ। ਰਾਈਟ, 2-3 ਵਾਕਾਂ ਵਿੱਚ ਨਹੀਂ ਦੇਣਾ। ਠੀਕ ਹੈ ਬੇਟਾ, ਹੁਣ ਤੁਸੀਂ ਇਹਦੇ ਵਿੱਚੋਂ ਦੀ ਕੋਈ ਇੱਕ ਪੈਰਾ ਆਪਣੀ ਫੇਅਰ ਕਾਪੀ 'ਤੇ ਕਰਨਾ ਹੈ। ਆਨਸਰਸ ਤੁਸੀਂ ਲਿਖਣੇ ਹਨ, ਤੁਸੀਂ ਮੈਨੂੰ ਸੁਣਿਆ ਵੀ ਹਨ ਆਨਸਰ। ਠੀਕ ਹੈ, ਅਗਰ
ਆਨਸਰਸ ਤੁਹਾਡੇ ਹੋਰ ਵੀ ਬਣ ਸਕਦੇ ਨੇ, ਠੀਕ ਹੈ, ਤੁਸੀਂ ਉਹ ਵੀ ਲਿਖ ਸਕਦੇ ਹੋ। ਉਮੀਦ ਹੈ ਕਿ ਤੁਹਾਨੂੰ ਅਣਡਿੱਠਾ ਪੈਰਾ ਸਮਝ ਲੱਗ ਗਿਆ ਹੋਵੇਗਾ। ਥੈਂਕ ਯੂ ਵੈਰੀ ਮੱਚ।